ਵਾਹਿਗੁਰੂ ਜੀ ਕੀ ਫਤਿਹ। ਤੀਸਰਾ ਦਿਨ ਹੈ ਅੱਜ ਕੈਂਪ ਦਾ ਤੇ ਚੌਥਾ ਆਪਣਾ ਇਹ ਪੀਰੀਅਡ ਹੈ ਮੈਨੂੰ ਲੱਗਦਾ। ਓਕੇ, ਤੇ ਇਹਦੇ ਤੋਂ ਪਹਿਲਾਂ ਤੁਸੀਂ ਮੈਨੂੰ ਲੱਗਦਾ ਵੀ 3 ਟੌਪਿਕਾਂ ਤੇ ਅੱਜ ਗੱਲ ਕਰ ਚੁੱਕੇ ਆ। ਇੱਕ ਰਹਿਤ ਮਰਿਆਦਾ ਤੇ ਇੱਕ ਕਾਹਦੇ ਤੇ ਕੀਤੀ, ਇਤਿਹਾਸ ਤੇ ਭਾਈ ਤਾਰੂ ਸਿੰਘ, ਔਰ ਦੂਸਰੀ ਆਪਾਂ ਮੁੱਢਲੇ ਸਿਧਾਂਤ ਜਿਹਦੇ ਚ ਪਹਿਲੇ ਦਿਨ ਤੋਂ ਹੀ ਆਪਾਂ ਜਪਜੀ ਸਾਹਿਬ ਤੋਂ ਮੂਲ ਮੰਤਰ ਤੋਂ ਅੱਗੇ ਦੀ ਅੱਗੇ ਚੱਲ ਰਹੇ ਹਾਂ। ਹੁਣ ਆਪਾਂ ਗੱਲ ਕਰਨੀ ਹੈ ਕਿਉਂਕਿ ਆਪਣੇ ਕੋਲ ਹੁਣ ਟਾਈਮ ਆ ਜਿਹੜਾ ਉਹ ਹੈਗਾ ਵਾ ਗੁਰਬਾਣੀ ਦਾ, ਸ਼ਬਦ ਵਿਚਾਰ ਦਾ। ਇੱਕ ਸ਼ਲੋਕ ਆਪਾਂ ਪਹਿਲਾਂ ਵਿਚਾਰਿਆ ਸੀ, ਇੱਕ ਸ਼ਲੋਕ ਤੁਸੀਂ ਕੱਲ ਵੀ ਵਿਚਾਰਿਆ ਹੋਣਾ, ਸ਼ਬਦ ਵਿਚਾਰਿਆ ਹੋਣਾ। ਕੱਲ ਕਿਹੜਾ ਸ਼ਬਦ ਵਿਚਾਰਿਆ ਸੀ, ਯਾਦ ਆ ਤੁਹਾਨੂੰ? ਵਾਹ ਜੀ ਗੱਲ, ਉਧਰ ਵੇਖ ਕੇ ਨਹੀਂ ਦੱਸਣਾ, ਉੱਥੇ ਕਿਤੇ ਲਿਖਿਆ ਥੋੜੀ ਆ ਵਿਸਰ ਗਈ ਸਵਤਾਤ ਪਰਾਈ। ਕੋਈ ਗੱਲ ਨਹੀਂ, ਟਾਈਮ ਨਾਲ ਏਡਾ ਕਿਹੜਾ ਵੀ ਆਪਾਂ ਟਾਈਮ ਤੇ ਧਿਆਨ ਘੱਟ ਦਿਓ। ਅਸੀਂ ਟਾਈਮ 'ਚ ਕਰ ਕੀ ਰਹੇ ਹਾਂ, ਇਹਦੇ ਤੇ ਧਿਆਨ ਜ਼ਿਆਦਾ ਦਿਓ। ਓਕੇ, ਕੱਲ ਤੁਸੀਂ ਸ਼ਬਦ ਦੀ ਗੱਲ ਕੀਤੀ, ਵਿਸਰ ਗਈ ਸਭ ਤਾਤ ਪਰਾਈ। ਤਾਤ ਕਿਹਨੂੰ ਕਹਿੰਦੇ ਪਤਾ ਸਾਰਿਆਂ ਨੂੰ? ਕਿਹਨੂੰ ਕਹਿੰਦੇ ਤਾਤ? ਵਾਹ ਜੀ ਵਾਹ। ਅੱਛਾ, ਵਿਸਰ ਦਾ ਮਤਲਬ ਕੀ ਹੁੰਦਾ? ਅਲੱਗ ਹੋਣਾ, ਸੌਖਾ ਕਹਿ ਲੈਣੇ ਆ ਛੱਡ ਦੇਣੀ। ਵਿਸਰ ਦਾ ਮਤਲਬ ਅਸਲ ਚ ਹੁੰਦਾ ਵਾ ਭੁੱਲ ਜਾਣਾ, ਵੀ ਮੈਨੂੰ ਫਲਾਨੀ ਚੀਜ਼ ਵਿਸਰ ਗਈ। ਆਪਾਂ ਨੂੰ ਜਿਹੜੀ ਤਾਤ ਆ ਈਰਖਾ ਕਰਨੀ ਅੱਜ ਤੋਂ ਬਾਅਦ ਭੁੱਲ ਗਈ। ਹੁਣ ਆਪਾਂ ਕਦੀ ਵੀ ਈਰਖਾ ਤੇ ਸਾੜਾ, ਪੱਕੀ ਗੱਲ ਹੈ, ਵਿਸ਼ਵਾਸ ਕਰ ਸਕਦੇ ਹਾਂ ਏਦਾਂ ਆਪਾਂ? ਹਾਂਜੀ, ਅੱਜ ਤੋਂ ਬਾਅਦ ਆਪਾਂ ਸਾਰਿਆਂ ਨੇ, ਕਿਉਂਕਿ ਆਪਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਤੋਂ ਸਮਝੀ ਇਹ ਗੱਲ ਵੀ ਆਪਾਂ ਨੂੰ ਸਾਰਿਆਂ ਨੂੰ ਸਾੜਾ, ਈਰਖਾ, ਅੰਗਰੇਜ਼ੀ 'ਚ ਕੀ ਜੈਲਸ ਕਹਿੰਦੇ ਆ? ਓਕੇ, ਜੈਲਸ ਨਹੀਂ ਕਰਨੀ। ਅੱਛਾ, ਜੈਲਸ ਹਮੇਸ਼ਾ ਅਸੀਂ ਚੰਗੇ ਬੰਦਿਆਂ ਤੋਂ ਕਰਦੇ ਹਾਂ, ਕਿਉਂਕਿ ਮਾੜੇ ਬੰਦੇ ਤੋਂ ਤਾਂ ਜੈਲਸ ਨਹੀਂ ਨਾ ਹੋਊਗੀ। ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਤੁਸੀਂ ਚੰਗਿਆਂ ਤੋਂ ਕਿਉਂ ਪਰੇਸ਼ਾਨ ਹੋ ਰਹੇ ਆ? ਪਰੇਸ਼ਾਨ ਹੋਣਾ ਤੇ ਮਾੜੇ ਬੰਦਿਆਂ ਤੋਂ ਹੋ ਨਾ। ਜੇ ਨਫ਼ਰਤ ਕਰਨੀ ਹੈ ਨਾ, ਈਰਖਾ ਕਰਨੀ ਹੈ, ਸਾੜਾ ਕਰਨਾ ਹੀ ਹੈ, ਤੇ ਮਾੜੀਆਂ ਚੀਜ਼ਾਂ ਨਾਲ ਕਰਨਾ ਚਾਹੀਦਾ। ਪਰ ਸਮਾਜ ਦੀ ਬਦਕਿਸਮਤੀ ਹੈ ਵੀ ਅਸੀਂ ਚੰਗੀਆਂ ਚੀਜ਼ਾਂ ਦੇ ਨਾਲ ਨਫ਼ਰਤ ਕਰਦੇ ਹਾਂ, ਚੰਗੀਆਂ ਚੀਜ਼ਾਂ ਨਾਲ ਅਸੀਂ ਸਾੜਾ ਕਰਦੇ ਹਾਂ। ਕਲਾਸ ਵਿੱਚ ਅਸੀਂ ਸਭ ਤੋਂ ਵੱਧ ਉਸ ਵਿਦਿਆਰਥੀ ਤੋਂ ਸੜਦੇ ਹਾਂ ਜਿਹੜਾ ਸਭ ਤੋਂ ਅੱਗੇ ਹੁੰਦਾ ਪੜ੍ਹਨ 'ਚ। ਕਿਉਂ ਵੀ? ਕਿਉਂਕਿ ਸਾਨੂੰ ਐ ਲੱਗਦਾ ਜੇ ਇਹ ਪਹਿਲੇ ਨੰਬਰ ਤੇ ਨਾ ਹੋਵੇ ਤਾਂ ਸ਼ਾਇਦ ਅਸੀਂ ਦੂਜੇ ਨੰਬਰ ਤੇ ਨਾ ਹੋਈਏ। ਹਾਲਾਂਕਿ ਇਦਾਂ ਨਹੀਂ ਹੈ। ਜੇ ਤੁਸੀਂ ਪਹਿਲੇ ਨੰਬਰ ਤੇ ਆਉਣਾ ਤਾਂ ਦੂਜੇ ਵਾਲਾ ਨਾ ਹੋਵੇ, ਇਦਾਂ ਕਿਉਂ? ਸਵਾਦ ਇਸ ਗੱਲ ਵਿੱਚ ਹੈ ਵੀ ਉਹਦੇ ਹੁੰਦਿਆਂ ਤੁਸੀਂ ਪਹਿਲੇ ਨੰਬਰ ਤੇ ਆਓ। ਉਹ ਵੀ ਤੇ ਤੁਹਾਡੇ ਹੁੰਦਿਆਂ ਹੀ ਆਇਆ ਨਾ। ਉਹਨੇ ਇਹ ਤਾਂ ਨਹੀਂ ਕਿਹਾ ਵੀ ਸਾਰੀ ਕਲਾਸ ਬਾਹਰ ਕੱਢ ਦੋ ਤੇ ਮੈਂ ਇਕੱਲੀ ਕਲਾਸ ਵਿੱਚ ਇੱਕੋ ਹੀ ਜਾਣਾ ਪੜੂੰਗਾ ਤਾਂ ਕਿ ਮੈਂ ਪਹਿਲੇ ਨੰਬਰ ਤੇ ਆ ਜਾ, ਨਹੀਂ ਕਿਹਾ ਨਾ ਉਹਨੇ। ਪਰ ਉਹਦੇ ਤੋਂ ਪਿੱਛੇ ਰਹਿਣ ਵਾਲੇ ਸਾਰੇ ਬੱਚੇ ਇਦਾਂ ਸੋਚਦੇ ਆ ਵੀ ਇਹ ਬੱਚਾ ਕਲਾਸ ਵਿੱਚ ਨਾ ਹੋਵੇ ਤਾਂ ਸ਼ਾਇਦ ਪਹਿਲੇ ਨੰਬਰ ਤੇ ਮੈਂ ਆ ਜਾ, ਸ਼ਾਇਦ ਹੀ ਹੈ ਨਾ। ਇਸ ਲਈ ਆਪਾਂ ਇਸ ਕੈਂਪ ਵਿੱਚ ਆਣ ਕੇ ਇੰਨੀ ਕੁ ਗੱਲ, ਕਿਸੇ ਵੀ ਚੀਜ਼ ਤੋਂ ਜੈਲਸ ਨਹੀਂ ਕਰਨੀ। ਕੱਲੀ ਇੱਕ ਚੀਜ਼ ਹੀ ਨਹੀਂ, ਕਿਸੇ ਵੀ ਚੀਜ਼ ਤੋਂ। ਇਹ ਤਾਂ ਇੱਕ ਪੜ੍ਹਾਈ ਦੀ ਮੈਂ ਐਗਜ਼ਾਮਪਲ ਦੇ ਰਿਹਾ ਤੁਹਾਨੂੰ, ਹੋਰ ਵੀ ਬੜੀਆਂ ਚੀਜ਼ਾਂ ਵਾ ਜਿਨ੍ਹਾਂ ਕਰਕੇ ਅਸੀਂ ਨਫ਼ਰਤ ਕਰਦੇ ਹਾਂ, ਸਾੜਾ ਕਰਦੇ ਹਾਂ। ਚਲੋ ਅੱਜ ਆਪਾਂ ਇੱਕ ਸ਼ਲੋਕ ਸਮਝਾਂਗੇ, ਨੋਟ ਕਰ ਲਓ ਸਾਰੇ ਸ਼ਲੋਕ। ਬੋਲਦਾ ਸਾਰੇ ਨੋਟ ਕਰ ਲੋਗੇ ਨਾ, ਸਿਆਣੇ ਆ ਸਾਰੇ ਤੁਸੀਂ।
ਤੁਹਾਨੂੰ ਕਿਹਨੂੰ ਕਿਹਨੂੰ ਸੁਖਮਨੀ ਸਾਹਿਬ ਬਾਣੀ ਦਾ ਪਤਾ? ਇਹ ਮੜਾ ਜਿਹਾ ਹੱਥ ਤਾਂ ਕਰਕੇ ਫਿਰ ਠਾਂ ਕਿਉਂ ਕਰ ਲੈਨੇ ਆ? ਕਨਫਿਊਜ਼ ਪਰਸਨੈਲਿਟੀਆਂ ਵੀ ਜਾਂ ਹੱਥ ਤਾਂ ਕਰੋ ਜਾਂ ਠਾਂ ਕਰੋ। ਸੁਖਮਨੀ ਸਾਹਿਬ ਬਾਣੀ ਦਾ ਪਤਾ ਕਿ ਆ ਕਈਆਂ ਨੇ ਇੰਨੀ ਉਂਗਲ ਖੜੀ ਕੀਤੀ, ਇੰਨੀ ਕੀ ਬਸ ਥੋੜਾ ਜਿਹਾ ਪਤਾ। ਉਹ ਭਾਈ ਮੈਂ ਕੋਈ ਸੁਖਮਨੀ ਸਾਹਿਬ ਚ ਇਹ ਨਹੀਂ ਕਹਿਣਾ ਵੀ ਤੁਸੀਂ ਸੁਖਮਨੀ ਸਾਹਿਬ ਦੇ ਅਰਥ ਕਰਕੇ ਸੁਣਾਓ, ਇਹ ਨਹੀਂ ਤੁਹਾਨੂੰ ਕਹਿ ਰਿਹਾ। ਆਪਣਾ 30-40 ਮਿੰਟਾਂ ਦਾ ਪੀਰੀਅਡ ਹੈ, ਇੰਨੇ ਚ ਤਾਂ ਕੀ ਕਰ ਲੈਣਾ ਆਪਾਂ। ਸੁਖਮਨੀ ਸਾਹਿਬ ਬਾਣੀ ਦਾ ਸਾਰਿਆਂ ਨੂੰ ਪਤਾ ਆ, ਪਤਾ ਨਾ ਸਭ ਨੂੰ ਸੁਖਮਨੀ ਸਾਹਿਬ ਬਾਣੀ ਦਾ? ਸੁਖਮਨੀ ਸਾਹਿਬ ਬਾਣੀ ਕਿਹੜੇ ਗੁਰੂ ਸਾਹਿਬ ਦੀ ਹੈ? ਵਾਹ ਜੀ ਵਾਹ, ਕਿਹੜੇ ਗੁਰੂ ਸਾਹਿਬ ਜੀ ਦੀ? ਅੱਛਾ, ਸਾਡੀ ਸੁਖਮਨੀ ਸਾਹਿਬ ਫੇਵਰੇਟ ਬਾਣੀ ਹੈ ਵੈਸੇ ਸਾਰਿਆਂ ਦੀ। ਪਿੰਡਾਂ 'ਚ ਬਹੁਤ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਆ। ਅੱਛਾ, ਤੁਹਾਡੇ ਪਿੰਡ ਆਸਾ ਦੀ ਵਾਰ ਵੀ ਹੁੰਦੀ ਹੈ? ਵੈਰੀ ਗੁੱਡ। ਸੁਖਮਨੀ ਸਾਹਿਬ ਵੀ ਹੁੰਦਾ ਹੋਣਾ? ਉਹ ਵੀ ਤੁਸੀਂ ਕਰਦੇ ਆ? ਓਕੇ, ਸੁਖਮਨੀ ਸਾਹਿਬ ਕਿਹੜੇ ਗੁਰੂ ਸਾਹਿਬ ਦੀ ਬਾਣੀ ਹੈ? ਅੱਛਾ, ਤੇ ਆਸਾ ਕੀ ਵਾਰ? ਓਕੇ, ਜਿਹੜਾ ਆਪਾਂ ਇਹਦੇ ਤੋਂ ਪਹਿਲਾਂ ਸ਼ਲੋਕ ਕੀਤਾ ਸੀਗਾ, ਕੀਤਾ ਇਹ ਸ਼ਲੋਕ ਕੋਈ ਤੁਸੀਂ? ਓਕੇ, ਉਹ ਕਿਹੜੀ ਬਾਣੀ ਚੋਂ ਹੀ? ਵੈਰੀ ਗੁੱਡ, ਕੀ ਬਾਤ ਹੈ। ਤੇ ਜਿਹੜਾ ਅੱਜ ਆਪਾਂ ਸ਼ਲੋਕ ਕਰਨ ਜਾ ਰਹੇ ਹਾਂ ਉਹ ਕਾਹਦੇ ਵਿੱਚੋਂ ਹੈ? ਸੁਖਮਨੀ ਸਾਹਿਬ ਬਾਣੀ ਵਿੱਚ। ਸ਼ਲੋਕ ਹੈਗਾ ਵਾ, ਤਜੋ ਸਿਆਣਪ ਸੁਰਜਨੋ। ਵਾਹ ਜੀ ਵਾਹ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਹਾਂਜੀ ਬੱਚਿਓ, ਤਜੋ ਸਿਆਣਪ ਨੋਟ ਕਰ ਲਓ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਠੀਕ ਹੈ। ਹਰ ਦੇ ਰਾਰੇ ਨੂੰ ਸਿਹਾਰੀ ਹੈ ਦੋਵਾਂ ਥਾਵਾਂ ਤੇ, ਆਲਰੇਡੀ ਤੁਸੀਂ ਪਾਈ ਹੋਣੀ ਆ। ਸੁਰ ਦੇ ਰਾਰੇ ਨੂੰ ਵੀ ਸਿਹਾਰੀ ਹੈ। ਅੱਛਾ ਪਿਆਰੇ ਬੱਚਿਓ, ਬਾਣੀ ਚ ਨਾ ਜਿਹੜੇ ਤੁਸੀਂ ਪਾਠ ਕਰਦੇ ਆ, ਜਿਹੜੇ ਨਹੀਂ ਵੀ ਕਰਦੇ ਉਹ ਵੀ ਧਿਆਨ ਨਾਲ ਸੁਣਿਓ। ਬਾਣੀ ਚ ਬਹੁਤ ਸਾਰੀਆਂ ਮਾਤਰਾਵਾਂ ਏਦਾਂ ਦੀਆਂ ਵਾ ਜਿਹੜੀਆਂ ਹੁੰਦੀਆਂ ਆ ਪਰ ਉਹ ਬੋਲੀਆਂ ਨਹੀਂ ਜਾਂਦੀਆਂ, ਹੁੰਦੀਆਂ ਆ ਪਰ ਉਹ ਬੋਲਣ ਵਿੱਚ। ਅੱਛਾ, ਤੁਹਾਨੂੰ ਪਤਾ ਕਿਉਂ ਹੁੰਦੀਆਂ ਫਿਰ ਉਹ? ਹਾਂ, ਬਦਲਣੀ ਉਹਨਾਂ ਦੇ ਅਰਥਾਂ ਨੂੰ ਸਮਝਣ ਵਾਸਤੇ, ਉਹਨਾਂ ਦੇ ਅਰਥਾਂ ਨੂੰ ਸਮਝਣ ਵਾਸਤੇ। ਬਦਲਣ ਸ਼ਬਦ ਨਹੀਂ ਠੀਕ ਰਹੂਗਾ, ਪਰ ਤੁਸੀਂ ਕਹਿਣਾ ਇਹੀ ਚਾਹੁੰਦੇ ਸੀਗੇ ਵੀ ਅਸਲ 'ਚ ਕਿਤੇ ਔਂਕੜ ਲੱਗੀ ਹੈ, ਕਿਤੇ ਔਂਕੜ ਨਹੀਂ ਲੱਗੀ। ਜਿੱਥੇ ਔਂਕੜ ਹੈ ਤੇ ਅਰਥ ਹੋਰ ਨੇ, ਪਰ ਜੇ ਨਹੀਂ ਹੋਊਗਾ ਤਾਂ ਫਿਰ ਅਰਥ ਬਦਲ ਜਾਣਗੇ। ਪਰ ਆਪਾਂ ਇਹਨੂੰ ਪ੍ਰੋਪਰ ਇੱਦਾਂ ਕਹੀਏ, ਉਸ ਮਾਤਰਾਵਾਂ ਲੱਗੀਆਂ ਹੋਈਆਂ ਵਾ ਉਹਦਾ ਅਰਥਾਂ ਨੂੰ ਸਮਝਣ ਵਾਸਤੇ। ਠੀਕ ਹੈ, ਅਗਲੀ ਪੰਕਤੀ ਵੀ ਨੋਟ ਕਰ ਲਓ। ਏਕ ਆਸ ਹਰ ਮਨ ਰੱਖੋ। ਏਕ ਆਸ ਹਰ ਮਨ ਰੱਖੋ। ਹਰ ਮਨ ਰੱਖੋ। ਨਾਨਕ ਮਨ ਦੇ ਨੰਨੇ ਨੂੰ ਵੀ ਸਿਹਾਰੀ ਹੈ। ਏਕ ਆਸ ਹਰ ਮਨ ਰੱਖੋ ਨਾਨਕ। ਹਾਂ ਬਿਲਕੁਲ, ਨਾਨਕ ਸੰਬੋਧਨ ਕਰਕੇ, ਰਾਈਟ, ਬਿਲकुल। नानक दुख भरम भौ जाए। एक आस हर मन रखो नानक दुख भरम भौ जाए। बच्चों, दुख दे खखे नूं भी औंकड़ है, भरम दे
मम्मे नूं भी औंकड़ है, ठीक है, भौ नूं ते औंकड़ आउणा ही आउणा, ते जाए दी ईड़ी नूं सिहारी आउणी आउणी है। अच्छा, इन्हां जिथे लिखिया राए सिमरों हर हर राए, ਉਹਦੇ ਅੱਗੇ दो डंडियां है, की है ਉਹਦੇ ਅੱਗੇ दो डंडियां। ਇਹਦੇ ਤੋਂ ਬਾਅਦ ਜਦੋਂ ਆਇਆ ਭੌ ਜਾਏ ਤੇ ਉਹਦੇ ਅੱਗੇ ਫਿਰ दो डंडियां है, राइट? समझ लगी गल हुण? अच्छा, कोई बच्चा तुहाडे चों दस सकदा भी ये दो डंडियां दा मतलब की हुंदा भला? ये दो डंडियां क्यों दित्तियां है? पंक्ति, वो तो एक डंडी नाल भी समझ लग सकती सी पंक्ति समाप्त हो गई। दो देण दी बाणी च सारियां थावां ते दो है, कोई रीजन तो होना। जे एक डंडी पाई होंदी तां भी पंक्ति समाप्त, ये तो हो नहीं सकता भी एक डंडी तो बाद च पंक्ति अगली नाल रल सकती है, ते दो डंडियां नाल भी पंक्ति कंप्लीट ही हो रही है। हुण दो चीज़ां अज दी क्लास च आपां थोड़ा जिहा बाणी दे रूल समझांगे। बाणी नूं समझण लई ना सानूं किहड़े-किहड़े फार्मूले समझ आउणे चाहीदे आ तां कि बाणी समझ आ जाए। पहली गल आपां कीती भी बाणी च मात्रावां ने, पर वो मात्रावां दा पाठ नहीं हुंदा। जिवें तुसीं श्लोक लिखिया, तजो सियानप सुरजनो सिमरों हर हर राए, हर हर नूं सिहारी तां पाई पर आपां ओहदा पाठ हरे हरे नहीं कीता, हर हर ही कीता, ओनूं उचारण विच नहीं लिआंदा। अगे आपां लिखिया, एक आस हर मन रखो, नानक दुख भरम भौ जाए। हुण इस जगह ते मन नूं सिहारी पाई आपां, पर मन सिहारी तो बिना लिखिया होवे, मम्मा नन्ना, फिर की बोलिया जाऊगा? आपां सिहारी पा के की बोलिया? बोल आपां सेम ही रहे हैं। सिहारी पाउण तो बिना भी उदां ही, ते सिहारी पा के भी उदां ही बोल रहे हैं। ਇਹਦਾ मतलब सियारी किसी खास रीजन करके पई है उत्थे, जिवें तुसीं पहलां दस्सिया भी ਉਹਦੇ अर्थ समझण वास्ते पई है। हुण पहले ਇਹ ਗੱਲ समझ विच आ जाए ਜਿਹੜੀ, हाँ, ਜਿਹੜੇ ਬੱਚੇ ਤੁਸੀਂ ਧਿਆਨ ਨਾਲ ਇਸ ਗੱਲ ਨੂੰ ਸਮਝਿਓ, ਜਿਨ੍ਹਾਂ ਨੇ ਬਾਣੀ ਨੂੰ ਸਮਝਣਾ ਉਹ ਇਹ ਗੱਲ ਧਿਆਨ ਨਾਲ ਵੇਖ ਲੈਣ ਵੀ ਜਦੋਂ ਬਾਣੀ ਦੇ ਵਿੱਚ ਸਿਹਾਰੀ ਔਂਕੜ ਆਵੇ ਤੇ ਉਹਨਾਂ ਦੇ ਆਉਣ ਨਾਲ ਹੀ ਅਰਥ ਬਦਲ ਜਾਂਦੇ ਆ। ਪਹਿਲਾਂ ਕੁਝ ਅਰਥ ਹੋਰ ਹੁੰਦੇ ਆ ਤੇ ਫਿਰ ਇਹ ਮਾਤਰਾਵਾਂ ਲੱਗਣ ਨਾਲ ਅਰਥ ਹੋਰ ਹੋ ਜਾਂਦੇ ਆ। ਹੁਣ ਪਹਿਲੀ ਗੱਲ ਤਾਂ ਇਸ ਸ਼ਲੋਕ ਵਿੱਚ ਹੈਗੀ ਹੈ, ਤਜੋ ਸਿਆਣਪ ਸੁਰਜਨੋ। ਸੁਰਜਨੋ ਦਾ मतलब है वो ਸਿਆਣਿਓ। सुर मतलब देवता, जनो मतलब सेवक, अपने वर्गे। गुरु अर्जन साहब पातशाह जी कहते ये 14 नंबर अष्टपदी नाल संबंधित श्लोक है, नोट कर लियो। 14 नंबर अष्टपदी नाल संबंधित श्लोक है। इथों तक 13 अष्टपदियां कंप्लीट हो चुकियां होंदियां ते 14 नंबर अष्टपदी इत्थे आण के शुरू होंदी है, क्योंकि अष्टपदियां की शुरुआत में श्लोक होंदे आ। हुण 12 ते 13 फिर 14वां। गुरु साहब जी ने पहली अष्टपदी, दूजी, तीजी, चौथी, पंजवीं ते 13वीं, फिर 14वीं अष्टपदी ते आण के ना साडे नाल एक सीधी गल करदे, डायरैक्टली साडे नाल बाणी पढ़न वाले नाल गल करदे। जिहड़ा सुखमनी साहब दा पाठ कर रहा ओनूं कहिंदे महाराज ओ सियाणिया, ओ वड्डिया सियाणिया। सुरजनो मतलब सुर देवता, वड्डा सियाणा। गुरु साहब कहते ओए वड्डिया सियाणिया, सियाणप छड्ड। बड़ी अजीब गल हो गई। सियाणप छड्डनी चाहिए है कि सियाणप करनी चाहिए है? सानू सियाणे होना चाहिए कि सियाणप छड्ड देनी चाहिए है? हाँ जी, सियाणे, उच्ची बोलो, सियाणे। पर गुरु अर्जन साहब जी तो कहते सियाणप छड्ड दे। हुण इहदे होर तां अर्थ कोई हो नहीं सकते। सीधा सीधा ही लिखिया, तजो
ਤਜੋ ਮਤਲਬ ਛੱਡਣਾ, ਤਜੋ ਮਤਲਬ ਤਿਆਗ ਦੇਣਾ, ਛੱਡ ਦੇਣਾ। ਗੁਰੂ ਸਾਹਿਬ ਕਹਿੰਦੇ ਤਜੋ ਸਿਆਣਪ ਸੁਰਜਣੋ, ਓਏ ਵੱਡਿਓ ਸਿਆਣਿਓ ਸਿਆਣਪ ਛੱਡ ਦੋ ਤੇ ਕੀ ਕਰੋ, ਸਿਮਰੋ ਹਰ ਹਰ ਰਾਏ, ਤੁਸੀਂ ਰੱਬ ਨੂੰ ਯਾਦ ਰੱਖਿਆ ਕਰੋ, ਸਿਆਣਪ ਛੱਡ ਦੋ, ਸਿਆਣਪ ਛੱਡ ਦੋ। ਇਹਦਾ ਮਤਲਬ 13 ਅਸ਼ਟਪਦੀਆਂ ਧਿਆਨ ਨਾਲ ਸਮਝਣੀਆਂ ਪੈਣੀਆਂ ਫਿਰ ਜਿਹੜੀ ਗੱਲ ਗੁਰੂ ਸਾਹਿਬ ਜੀ ਇੱਥੇ ਆ ਕੇ ਕਰ ਰਹੇ ਆਪਣੇ ਨਾਲ। ਹੁਣ ਲੜੀ ਚ ਤਾਂ ਨਹੀਂ ਮੈਂ 13 ਨੂੰ ਏਦਾਂ ਕੰਪਲੀਟ ਕਰ ਸਕਦਾ ਕਿਉਂਕਿ ਟਾਈਮ ਨਹੀਂ ਆਪਣੇ ਕੋਲ। ਜੇ ਆਪਣੇ ਕੋਲ ਖੁੱਲਾ ਟਾਈਮ ਹੋਵੇ ਫਿਰ ਆਪਾਂ 13 ਅਸ਼ਟਪਦੀਆਂ ਧਿਆਨ ਚ ਸਾਹਮਣੇ ਤੁਹਾਡੇ ਕੋਲ ਗੁਟਕਾ ਹੋਵੇ, ਤੁਸੀਂ ਉਹ 13 ਅਸ਼ਟਪਦੀਆਂ ਵੇਖ ਰਹੇ ਹੋ, ਫਿਰ ਆਪਾਂ ਉਹ 13 ਅਸ਼ਟਪਦੀਆਂ ਦੇ ਸ਼ਲੋਕ ਵੇਖੀਏ, ਫਿਰ 13 ਅਸ਼ਟਪਦੀਆਂ ਦੀਆਂ ਬਾਕੀ ਚੀਜ਼ਾਂ ਵੇਖੀਏ, ਫਿਰ ਆਪਾਂ ਨੂੰ ਗੱਲ ਸਮਝ ਆ ਸਕਦੀ ਹੈ ਸੌਖੀ। ਪਰ ਹੁਣ ਆਪਾਂ ਪਹਿਲੀ ਅਸ਼ਟਪਦੀ ਤੁਹਾਨੂੰ ਯਾਦ ਹੋਣੀ ਆ ਸਾਰਿਆਂ ਨੂੰ। ਪਹਿਲੀ ਅਸ਼ਟਪਦੀ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਆ ਆਦਿ ਗੁਰੈ ਨਮः, ਜੁਗਾਦ ਗੁਰੈ ਨਮः, ਅੱਗੇ ਸਤਿਗੁਰੈ ਨਮः, ਸ੍ਰੀ ਗੁਰਦੇਵੈ ਨਮः। ਹੁਣ ਨਮः ਦਾ ਅਰਥ ਹੈ ਨਮਸਕਾਰ। ਨਮः ਦਾ ਅਰਥ ਨਵੇਂ ਨਹੀਂ ਪੜਨਾ ਇਹਨੂੰ, ਨਮः ਨਮਸਕਾਰ। ਨਵੇਂ ਤੇ ਨਮः ਪਾਠ ਕਰੋਗੇ ਜਦੋਂ ਤੇ ਨੰਨਾ ਮੰਮਾ ਤੇ ਹਾਹਾ ਵਾ। ਨਵੇਂ ਕਿੱਦਾਂ ਹੋ ਗਿਆ? ਹਾਂਜੀ ਨਹੀਂ, ਜੇ ਔਂਕੜ ਹੈ ਫਿਰ ਨਮੋ ਹੋਣਾ ਚਾਹੀਦਾ, ਨਵੇਂ ਫਿਰ ਵੀ ਨਹੀਂ ਹੁੰਦਾ। ਪਰ ਤੁਸੀਂ ਵੇਖੋ ਅਸੀਂ ਪਾਠ ਕਰਨ ਲੱਗੇ ਆ, ਨਵੇਂ ਕਰ ਲਿਆ। ਨਵੇਂ ਪਾਠ ਤਾਂ ਹੋ ਸਕਦਾ ਜੇ ਸਿਹਾਰੀ ਹੋਵੇ ਤੇ, ਪਰ ਸਿਹਾਰੀ ਤੁਹਾਡੇ ਸਾਹਮਣੇ ਸੁਰ ਨਾਲ ਆਈ ਹੈ ਪਰ ਤੁਸੀਂ ਬੋਲੀ ਨਹੀਂ ਹੈ, ਸੁਰੇ ਨਹੀਂ ਕੀਤਾ, ਮਨੇ ਨਹੀਂ ਕੀਤਾ। ਹੋ ਸਕਦਾ ਕਈਆਂ ਨੂੰ ਇਹ ਟੌਪਿਕ ਥੋੜਾ ਜਿਹਾ ਔਖਾ ਲੱਗੇ। ਮੈਂ ਚਾਹੁੰਦਾ ਤੁਸੀਂ ਸਿਆਣੇ ਬੱਚੇ ਹੋ, ਮੈਂ ਤਾਂ ਤੁਹਾਨੂੰ ਪਹਿਲਾਂ ਪੁੱਛਿਆ, ਤੁਸੀਂ ਬਾਣੀ ਪੜ੍ਹਦੇ ਵੀ ਹੋ, ਤੁਹਾਨੂੰ ਬਾਣੀ ਬਹੁਤੀਆਂ ਯਾਦ ਵੀ ਨੇ, ਤੇ ਆਪਾਂ ਬਾਣੀ ਦੀ ਅਗਲੀ ਸਟੇਜ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੀਏ। ਹੁਣ ਪਹਿਲੀ ਚ ਗੁਰੂ ਸਾਹਿਬ ਜੀ ਕਹਿੰਦੇ ਆਦ ਮਤਲਬ ਮੁੱਢ ਤੋਂ, ਜੁਗਾਦ ਜਿਹੜਾ ਸਦੀਆਂ ਤੱਕ ਰਹਿਣ ਵਾਲਾ ਆ ਤੇ ਸਦੀਆਂ ਤੋਂ ਹੈ, ਉਹਦੇ ਚਰਨਾਂ 'ਚ ਮੇਰੀ ਨਮਸਕਾਰ ਹੈ। ਤੇ ਨਮਸਕਾਰ ਅਸੀਂ ਹਮੇਸ਼ਾ ਉਹਦੇ ਗਾੜੀ ਕਰਦੇ ਹਾਂ ਜਿਹਦੇ ਤੋਂ ਆਪਾਂ ਆਪਣੇ ਆਪ ਨੂੰ ਛੋਟਾ ਸਮਝਦੇ ਹਾਂ, ਰਾਈਟ, ਜਿਹਦੇ ਤੋਂ ਆਪਾਂ ਆਪਣੇ ਆਪ ਨੂੰ। ਹੁਣ ਗੁਰੂ ਸਾਹਿਬ ਜੀ ਨੂੰ ਵੀ ਮੱਥਾ ਆਪਾਂ ਤਾਂ ਟੇਕਦੇ ਹਾਂ ਕਿਉਂਕਿ ਗੁਰੂ ਸਾਹਿਬ ਜੀ ਨੂੰ ਆਪਾਂ ਆਪਣੇ ਨਾਲੋਂ ਵੱਡਾ ਸਮਝਦੇ ਹਾਂ। ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਤੋਂ ਬਾਅਦ ਵੱਡਾ ਮਨ ਫਿਰ ਆਪਣੇ ਆਪ ਨੂੰ ਹੀ ਰਹੇ ਹੁੰਦੇ ਆ। ਸਮਝਦੇ ਗੁਰੂ ਸਾਹਿਬ ਨੂੰ ਆ ਪਰ ਮਨ ਅਸੀਂ ਬੇਸਿਕਲੀ ਵੱਡਾ ਆਪਣੇ ਆਪ ਨੂੰ ਹੀ ਰਹੇ ਹੁੰਦੇ ਆ। ਇਸ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਸੀਸ ਨਿਵਾਏ ਕਿਆ ਥੀਐ, ਤੇਰੇ ਮੱਥਾ ਟੇਕਣ ਨੂੰ ਕੀ ਕਰੀਏ। ਤੂੰ ਕਹਿਣਾ ਤੇ ਆ ਗੁਰੂ ਵੱਡਾ ਆ ਪਰ ਤੂੰ ਵੱਡੇ ਦੀ ਗੱਲ ਮੰਨਦਾ ਨਹੀਂ, ਮਨਾਉਣਾ ਤੂੰ ਆਪਣੀ ਹੈ। ਬੇਸਿਕਲੀ ਸਾਡੇ ਬੰਦੇ ਜਿੰਨੇ ਵੀ ਧਾਰਮਿਕ ਥਾਵਾਂ ਤੇ ਜਾਂਦੇ ਆ, ਆਪਾਂ ਗੁਰੂ ਦੀ ਮੰਨਦੇ ਆ ਕਿ ਆਪਣੀ ਗੁਰੂ ਨੂੰ ਮਨਾ ਕੇ ਆਉਨੇ ਆ? ਧਿਆਨ ਨਾਲ ਬੋਲਿਓ ਗੱਲ। ਆਪਾਂ ਗੁਰੂ ਦੀ ਮੰਨਦੇ ਆ ਕਿ ਗੁਰੂ ਨੂੰ ਆਪਣੀ ਮਨਾ ਕੇ ਆਉਨੇ ਆ? ਆਪਾਂ ਹੁਣ ਕਨਫਿਊਜ਼ ਹੋ ਗਏ ਤੁਸੀਂ। ਆਪਾਂ ਗੁਰੂ ਦੀ ਮੰਨਦੇ ਆ ਜਾਂ ਆਪਾਂ ਗੁਰੂ ਨੂੰ ਮਨਾ ਕੇ ਆਉਨੇ ਆ? ਗੁਰੂ ਦੀ ਮੰਨਦੇ ਆ? ਨਹੀਂ ਮੰਨਦੇ। ਉਹ ਕਿਸੇ ਬੰਨੇ ਲੱਗੋ, ਇੱਕ ਬੰਨੇ ਤੇ ਹੋ ਜਾਓ। ਚਲੋ ਸਹੀ ਅਰਥਾਂ 'ਚ ਆਪਾਂ ਗੁਰੂ ਦੀ ਨਹੀਂ ਮੰਨਦੇ, ਆਪਾਂ ਗੁਰੂ ਨੂੰ ਮਨਾ ਕੇ ਆਉਨੇ। ਆਪਾਂ ਕਹਿੰਦੇ ਮਹਾਰਾਜ ਮੇਰਾ ਕੰਮ ਕਰ ਦਿਓ, ਜੇ ਮੇਰਾ ਇਹ ਕੰਮ ਕਰਤਾ ਫਿਰ ਆਪਾਂ ਤੁਹਾਡਾ ਵੀ ਆਹ ਕੰਮ। ਮੰਨ ਲਓ ਐਗਜ਼ਾਮਪਲ ਦਿੰਦਾ, ਮਹਾਰਾਜ ਜੇ ਮੇਰੇ ਪੇਪਰਾਂ 'ਚ ਨੰਬਰ ਵਧੀਆ ਆ ਜਾਣ ਫਿਰ ਮੈਂ 100 ਮਹੀਨਾ ਸੇਵਾ ਕਰੂੰਗਾ। ਮਤਲਬ ਸੇਵਾ ਤਾਂ ਕਰੋਗੇ ਜੇ ਨੰਬਰ। ਪਹਿਲਾਂ ਗੁਰੂ ਸਾਹਿਬ ਨੂੰ ਤੁਹਾਡਾ ਕੰਮ ਕਰਨਾ ਪਊਗਾ,
ਫਿਰ ਉਹਦੇ ਬਦਲ ਚ ਗੁਰੂ ਸਾਹਿਬ ਦਾ ਕੰਮ ਕਰੋਗੇ ਤੁਸੀਂ। ਫਿਰ ਤੁਸੀਂ ਮਨਾਈ ਕਿ ਗੁਰੂ ਦੀ ਮੰਨੀ? ਆਪਾਂ ਤਾਂ ਮਨਾਈ ਹੈ। ਇੱਕ ਐਗਜ਼ਾਮਪਲ ਹੈ, ਜਿੰਨੇ ਵੀ ਬੰਦੇ ਤੁਸੀਂ ਗੁਰੂ ਸਾਹਿਬ ਅੱਗੇ ਜਦੋਂ ਜਾਂਦੇ ਹੋ, ਏਦਾਂ ਮੱਥਾ ਟੇਕਦੇ ਹੋ, ਤੁਹਾਡੇ ਮਨ 'ਚ ਏਦਾਂ ਗੱਲ ਚੱਲਦੀ ਹੁੰਦੀ ਸਾਰਿਆਂ ਦੇ, ਸਾਰੇ ਹੀ ਲਗਭਗ ਇੰਨਾ ਕਿਤੇ ਕਹਿੰਦੇ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਿਓ, ਸਿਰ ਤੇ ਮਿਹਰ ਭਰਿਆ ਕਹਿੰਦੇ ਆ ਨਾ ਏਦਾਂ। ਅੱਛਾ, ਮਿਹਰ ਭਰਿਆ ਹੱਥ ਰੱਖਿਓ, ਕੌਣ? ਗੁਰੂ ਸਾਹਿਬ ਰੱਖਣ ਨਾ। ਕਿਹਨੂੰ ਕੰਮ ਦੇ ਆਏ ਤੁਸੀਂ? ਗੁਰੂ ਸਾਹਿਬ ਨੂੰ। ਤੇ ਗੁਰੂ ਸਾਹਿਬ ਕਹਿੰਦੇ ਚੱਲ ਠੀਕ ਹੈ ਬੱਚਿਆ, ਮੈਂ ਤੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੂ, ਮੇਰੀ ਗੱਲ ਵੀ ਸੁਣ ਲੈਣ। ਕਹਿੰਦੇ ਨਾ ਨਾ, ਸੁਣਨੀ ਨਹੀਂ ਤੇਰੀ। ਅਸੀਂ ਤਾਂ ਚੱਲੇ ਪ੍ਰਸਾਦ ਲੈ ਕੇ ਬਾਹਰ, ਸੁਣਦੇ ਆਪਾਂ। ਪਹਿਲੀ ਅਸ਼ਟਪਦੀ ਕਹਿ ਰਹੀ ਹੈ ਨਮਸਕਾਰ ਤਾਂ ਕਰੀ ਜੇ ਤੂੰ ਗੁਰੂ ਨੂੰ ਵੱਡਾ ਮੰਨਦਾ। ਤੇ ਵੱਡਾ ਤਾਂ ਮੰਨਿਆ ਜਾਂਦਾ ਜੇ ਵੱਡੇ ਦੀਆਂ ਗੱਲਾਂ ਮੰਨੀਆਂ ਜਾਣ। ਅਸੀਂ ਪਿਤਾ ਜੀ ਨੂੰ ਕਹੀਏ ਸਾਡੇ ਪਿਤਾ ਜੀ ਬਹੁਤ ਵੱਡੇ, ਬਹੁਤ ਮਹਾਨ ਹੈ, ਮੈਂ ਬਹੁਤ ਸਤਿਕਾਰ ਕਰਦਾ ਆਪਣੇ ਪਿਤਾ ਜੀ ਦਾ, ਮੈਂ ਆਪਣੀ ਮੰਮੀ ਦਾ ਬਹੁਤ ਸਤਿਕਾਰ ਕਰਦਾ, ਮੇਰੇ ਮੰਮੀ ਪਾਪਾ ਬਹੁਤ ਵੱਡੇ ਆ। ਤੇ ਜਦੋਂ ਉਹ ਕੋਈ ਕੰਮ ਕਹਿਣ ਉਦੋਂ ਕਹੀਏ ਮੰਮੀ ਹੋਰ ਨਹੀਂ ਕਿਸੇ ਨੂੰ ਕਹਿ ਸਕਦੇ, ਤੁਸੀਂ ਹਮੇਸ਼ਾ ਮੈਨੂੰ ਹੀ ਕਹਿਣਾ ਹੁੰਦਾ ਜਦੋਂ ਵੇਖੋ। ਫਿਰ ਵੱਡੇ ਕੀ ਹੋਏ ਹੋ? ਵੱਡਾ ਕਹਿਣ ਨਾਲ ਨਹੀਂ ਹੁੰਦਾ ਕੋਈ। ਚਲੋ ਖੈਰ ਟਾਈਮ ਘੱਟ ਹੈ ਆਪਣੇ ਕੋਲ। ਨਮਸਕਾਰ ਤਾਂ ਕਰ ਜੇ ਉਹਨੂੰ ਵੱਡਾ ਮੰਨਦਾ। ਓਕੇ, ਅੱਗੇ ਆ ਜਾਓ। ਫਿਰ ਗੁਰੂ ਸਾਹਿਬ ਜੀ ਉਸੇ ਅਸ਼ਟਪਦੀ ਚ ਕਹਿੰਦੇ ਮੇਰੇ ਬੱਚੇ ਵੱਡਾ ਪਤਾ ਕਿੱਦਾਂ ਮੰਨਣਾ? ਸਿਮਰੋ ਸਿਮਰ ਸਿਮਰ ਸੁਖ ਪਾਓ। ਜਦੋਂ ਸਿਮਰ ਸਿਮਰ ਪੜ੍ਹਦੇ ਹੋ ਧਿਆਨ ਨਾਲ ਪਾਠ ਕਰੋਗੇ ਤੇ ਹਰ ਸਿਮਰ ਦੇ ਰਾਰੇ ਦੇ ਨਾਲ ਸਿਹਾਰੀ ਹੈ। ਪਹਿਲੇ ਨਾਲ ਹੈ ਸਿਮਰੋ, ਔਂਕੜ, ਹੁਕਮ ਕੀਤਾ, ਯਾਦ ਕਰ, ਹੁਕਮੀ ਕਿਰਿਆ, ਕਰੋ, ਪੀਵੋ, ਜਾਓ, ਖਾਓ। ਇਹ ਕੀ ਹੁੰਦਾ? ਹੁਕਮੀ ਕਿਰਿਆ। ਮੈਂ ਤੁਹਾਨੂੰ ਕਹਿਣਾ ਜਾਓ, ਖਾਓ, ਪੀਓ। ਇਦਾਂ ਹੀ ਹੈ ਸਿਮਰੋ, ਯਾਦ ਕਰੋ, ਹੁਕਮੀ ਕਿਰਿਆ ਪਹਿਲੀ। ਫਿਰ ਗੁਰੂ ਸਾਹਿਬ ਜੀ ਕਹਿੰਦੇ ਅੱਛਾ ਸਿਮਰੋ, ਯਾਦ ਕਰ, ਤੇ ਜਿਹਨੂੰ ਯਾਦ ਕਰਨਾ ਉਹਨੂੰ ਯਾਦ ਰੱਖੀ। ਸਿਮਰੋ ਸਿਮਰ, ਉਹਨੂੰ ਯਾਦ ਰੱਖੀ। ਮਹਾਰਾਜ ਕਿਉਂ ਕਹਿੰਦੇ ਸਿਮਰ ਸੁਖ ਪਾਓ? ਉਹਨੂੰ ਯਾਦ ਰੱਖ ਕੇ ਸੁਖ ਮਿਲਦੇ ਆ। ਹੁਣ ਕਿੱਡੀ ਪਿਆਰੀ ਗੱਲ ਹੈ ਵੇਖੋ, ਯਾਦ ਕਰ, ਯਾਦ ਰੱਖੀ ਤਾਂ ਸਿਹਾਰੀ ਲੱਗੀ ਹੋਈ ਹੈ। ਫਿਰ ਕਹਿੰਦੇ ਯਾਦ ਰੱਖਣ ਨਾਲ ਸੁੱਖ ਮਿਲਦੇ ਆ। ਪਰ ਅਸੀਂ ਪੜ੍ਹ ਲਿਆ, ਯਾਦ ਨਹੀਂ ਰੱਖਿਆ। ਅਸੀਂ ਯਾਦ ਤਾਂ ਕੀਤਾ ਹੀ ਨਹੀਂ। ਜੇ ਅਸੀਂ ਯਾਦ ਕਰਦੇ ਤੇ ਸ਼ਾਇਦ ਸਾਨੂੰ ਗੱਲ ਸਮਝ ਆ ਜਾਂਦੀ। ਯਾਦ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਸਾਡੇ ਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਯਾਦ ਹੈ। ਇਹ ਯਾਦ ਕਰਨਾ ਨਹੀਂ ਹੁੰਦਾ। ਅਸੀਂ ਸਿੱਖ ਹਾਂ, ਸਾਨੂੰ ਯਾਦ ਹੈ। ਤੁਹਾਨੂੰ ਸਿੱਖ ਹੋਣ ਦਾ ਪਤਾ ਅਲੱਗ ਗੱਲ ਹੈ, ਪਰ ਸਿੱਖ ਕਿਹੋ ਜਿਹਾ ਹੁੰਦਾ ਵਾ, ਸਿੱਖ ਕਿਹਨੂੰ ਕਹਿੰਦੇ ਆ, ਇਹ ਯਾਦ ਹੋਣਾ ਬਹੁਤ ਜ਼ਰੂਰੀ ਹੈ। ਤੁਹਾਡਾ ਬਹਿਣਾ, ਤੁਹਾਡਾ ਖਲੋਣਾ, ਤੁਹਾਡਾ ਬੋਲਣਾ, ਤੁਹਾਡਾ ਗੱਲ ਕਰਨਾ, ਤੁਹਾਡਾ ਸਮਾਜ ਵਿੱਚ ਵਿਚਰਨਾ, ਸਾਰਾ ਕੁਝ ਦੁਨੀਆ ਨਾਲੋਂ ਅਲੱਗ ਹੈ। ਤੁਸੀਂ ਦਿਖਦੇ ਅਲੱਗ ਹੋ, ਤੁਸੀਂ ਬੋਲਦੇ ਅਲੱਗ ਹੋ, ਤੁਹਾਡੀ ਦਿੱਖ ਅਲੱਗ ਤਰ੍ਹਾਂ ਦੀ ਹੈ। ਤੇ ਇਹ ਕਦੋਂ ਰਹਿ ਸਕਦੀ ਹੈ? ਰੱਬ ਨੂੰ ਯਾਦ ਰੱਖ ਕੇ। ਅੱਗੇ ਵੇਖੋ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਕੀ ਕਰਨਾ? ਕਲ ਕਲੇਸ਼। ਪਰ ਇਹ ਤਾਂ ਔਖਾ ਕੰਮ ਹੈ। ਕਲ ਕਲੇਸ਼ ਕਿੱਥੋਂ ਮਿਟਦਾ ਆਪਣਾ? ਆਪਣਾ ਤੇ ਕਲ ਕਲੇਸ਼ ਰੋਜ਼ ਵੱਧਦਾ ਹੀ ਰਹਿੰਦਾ। ਉਹ ਭਾਈ ਧਿਆਨ ਦਿਓ ਇੱਧਰ, ਕਲ ਕਲੇਸ਼ ਇਹ ਔਖਾ ਨਹੀਂ ਕੰਮ। ਮੁੱਟ ਗਿਆ ਸਿੱਖਾਂ ਦਾ ਕਲ ਕਲੇਸ਼। ਤੁਹਾਡੇ ਪਿੰਡ ਦਾ ਮੁੱਕ ਗਿਆ ਬਲਾਸੌਰ ਦਾ? ਮੁੱਕਦਾ ਕਿੱਥੇ? ਘਰ ਦਾ ਮੁੱਕ ਗਿਆ ਨਾ। ਰੋਜ਼ ਤੇ ਮਹਾਭਾਰਤ ਬਣਦੀ ਹੈ, ਨਿੱਕੀ ਨਿੱਕੀ ਗੱਲ ਤੋਂ ਬਣਦੀ ਹੈ। ਕੋਈ ਲੜਨ ਵਾਲੀ ਗੱਲ ਨਹੀਂ ਹੁੰਦੀ, ਪਰ ਆਪਾਂ ਫਿਰ ਵੀ ਲੜਨ ਦਾ ਮਾਹੌਲ ਸਿਰਜ ਹੀ ਲੈਨੇ, ਆਪਾਂ ਤਿਆਰੀ ਕਰ ਲੈਨੇ ਉਦਾਂ ਦੀ।
अच्छा, सुखमनी साहब पढ़ रहे हैं कल कलेश तन माहे मिटाओ, कल कलेश तन माहे मिटाओ, तो महाराज भी सोचते होने वो पढ़ना ही बंद कर दे जो तू मिटाने नहीं था, ते जे पढ़ रहे हैं तो फिर पढ़ना मिटा दे तन चो। हुण इहदे तो अगे यह है पहली अष्टपदी, 13 नंबर अष्टपदियां तक गुरु साहब ने किन्नियां गल्लां समझाइयां। किते गुरु साहब जी ने समझाया दीन दर्द निवार ठाकुर, किते गुरु साहब जी ने समझाया तू ठाकुर तुम पै अरदास, जियो पिंड सब तेरी रास, तुम मात पिता हम बारक तुमरी किरपा में। आपां नूं लगदा भी तेरी किरपा च सुख कित्थे है, कहे आपां सारा ही जगत कह रहा, रोज हथ जोड़ के साडी अरदास दा पैरा भी है, सवेरे सवेर हथ जोड़ के पूरी दुनिया भर दे लोग कह रहे तुमरी किरपा में। ते पुछ के वेखो सानू कहंदे लै गुरुद्वारे जाके तो बंदा बोर ही हो जाता, ते कह की रहे हैं तुमरी किरपा में, उल्ट चल रही ना गल। फिर सारे दा सारा सुखमनी साहब ध्यान नाल पढ़ियो, अज तो बाद हुण एक एक चीज ध्यान नाल नोट करियो। फिर गुरु साहब जी 14 नंबर अष्टपदी नाल आण के कहंदे वो अकल ते कीती नहीं तू यार, पढ़ इन्ना लिया। तजो सियाणप सुरजनो वड्डिया सियाणिया, तेरी सियाणप है ना जेड़ी ये फोकी है, तू चलाक है। कई बंदे ना वेखण नूं बड़े चंगे बनते हैं पर असल विच चंगे हुंदे नहीं आ। ये सियाणप खतरनाक है। मैनूं हुण बोलना ना पवे। तजो सियाणप सुरजनो सिमरो हर हर राय, ये सियाणप छड्ड। जिहड़ा तुहानूं सारिआं नूं ही लगदा, तुहाडे सारिआं दे दिमाग 'च ये गल हैगी है ते पूरी दुनिया दे है, सानूं सब नूं लगदा भी मैं सियाणा ते बाकी सारी दुनिया कमली है। ये फूफिया तुहाडे सारिआं दे दिमाग 'च है, मेरे भी है, कला तो मैनू भी ऐ ही लगता, और ये खतरनाक है। कोई दूजा भी सियाणा हो सकता, तुसी दूजे नूं सियाणा नहीं मनदे क्योंकि तुसी अपने आप नूं बहुत सियाणा मनदे हो। मैनू दस्सिओ पढ़ाई लिखाई चंगी चीज़ है ना, एजुकेशन चंगी चीज़ है। एजुकेशन नाल की हुंदा, ज्ञान च वाधा हुंदा, अवेयरनेस आउंदी, जागृति आउंदी, लोक सियाणे हुंदे आ, समझ लगदी है, साडी सोच डिवेलप हो जाती है। ओके, होर कुछ बहुत है इन्ना। ओके, मैनू दस्सिओ पंजाब दे लोग अज तो 50 साल ज़्यादा 50 साल पहला ज़्यादा पढ़े से कि अज ज़्यादा पढ़े आ? अज ज़्यादा पढ़े आ? अच्छा, ओ भाई एजुकेशन सिंपल, तुसीं इन्ने कन्फ्यूज क्यों होंदे आ? मैं सिंपल कह रहा भी अज दे लोग ज़्यादा पढ़े आ कि अज तो 50 साल पहला ज़्यादा पढ़े? अज ज़्यादा पढ़े। अच्छा, सियाणे अज ज़्यादा है कि 50 साल पहला ज़्यादा है? फिर हुण तुसीं ते कहंदे एजुकेशन नाल सियाणा हुंदा बंदा, नहीं होया ना। ये सियाणप छड्डनी है। जिन्हों ये वहम हो गया ना भी पढ़ लिख के बंदा सियाणा हो जाता, गुरु साहब कहंदे ना, पर यदा मतलब यह भी नहीं भी पढ़ना लिखना नहीं चाहिए। ये नहीं यदा मतलब बिल्कुल किसी के दिमाग च इदा आ जाए भी अच्छा ये वीर जी कहते पढ़ना नहीं चाहिए, ये नहीं कह रहा मैं ये कह रहा भी तुसी पढ़न तो बिना सियाणे सी, ते पढ़न नाल तुहानू की होना चाहिए सी, होर सियाणे होना चाहिए सी, सियाणियां तो भी अगे जाना चाहिए सी, पर तुसीं तां नियाणे हो गए। चलो जे आपां तुहाडी क्लास की गल करनी होवे, आपां अपने पलासौर की गल करनी होवे,
ਤੇ ਜਦੋਂ ਸਾਡੇ ਪਿੰਡ ਦੇ ਵਿੱਚ ਘੱਟ ਪੜ੍ਹੇ ਲਿਖੇ ਲੋਕ ਸੀ, ਉਦੋਂ ਪਿੰਡ ਦੇ ਵਿੱਚ ਇੱਕ ਦੂਜੇ ਦਾ ਭਲਾ ਜ਼ਿਆਦਾ ਚਾਹੁੰਦੇ ਸੀ। ਤੇ ਅੱਜ ਜਦੋਂ ਜ਼ਿਆਦਾ ਪੜ੍ਹ ਲਿਖ ਗਏ ਤੇ ਕੋਈ ਕਿਸੇ ਦਾ ਭਲਾ ਇਹ ਸਿਆਣਪ ਛੱਡਣੀ ਹੈ। ਇਸ ਸਿਆਣਪ ਨੂੰ ਛੱਡਣ ਨੂੰ ਗੁਰੂ ਸਾਹਿਬ ਨੇ ਕਿਹਾ। ਤੇ ਇਹ ਤਾਂ ਛੱਡੀ ਜਾ ਸਕਦੀ ਹੈ ਜੇ ਆਪਾਂ ਸਿਮਰੋ ਹਰ ਹਰ ਰਾਏ, ਇੱਕ ਰੱਬ ਵਾਲੇ ਬੰਨੇ ਨੂੰ ਤੁਰਾਂਗੇ। ਤੇ ਇਹਦੇ ਨਾਲ ਕੀ ਹੋਏਗਾ? ਗੁਰੂ ਸਾਹਿਬ ਜੀ ਕਹਿੰਦੇ ਏਕ ਆਸ ਹਰ ਮਨ ਰੱਖੋ। ਮਨ ਦੇ ਨੰਨੇ ਨੂੰ ਫਿਰ ਸਿਹਾਰੀ ਹੈ। ਮਹਾਰਾਜ ਕਹਿੰਦੇ ਆਸ ਇੱਕ ਤੇ ਹੀ ਰੱਖਿਆ ਕਰ ਬਸ। ਆਸ ਕਿਹਦੇ ਤੇ? ਸਿਮਰੋ ਹਰ ਹਰ ਰਾਏ ਤੇ। ਕਿਉਂਕਿ ਪਹਿਲੀ ਬੰਤੀ 'ਚ ਦੱਸਿਆ ਵਾ ਵੀ ਇਹਦੇ ਤੇ ਆਸ ਰੱਖਣੀ ਹੈ। ਜਿਹੜੇ ਹੋਣ ਵਾਲੇ ਸਿਆਣੇ ਆ ਬਹੁਤੇ, ਇਹਨਾਂ ਨੂੰ ਬੜਿਆਂ ਤੇ ਆਸ ਹੈ। ਜਿਹਦੀ ਆਪਣੇ ਆਪ ਤੇ ਕੋਈ ਆਸ ਨਹੀਂ, ਸਾਡੀ ਕਈ ਵਾਰ ਉਹਨਾਂ ਤੇ ਵੀ ਆਸ ਹੁੰਦੀ ਹੈ। ਅਸੀਂ ਸਵੇਰੇ ਉੱਠਦੇ ਆ ਨਾ ਜਦੋਂ, ਤੇ ਅਸੀਂ ਸਾਡੀ ਸਾਰਿਆਂ ਦੀ ਕੋਸ਼ਿਸ਼ ਹੁੰਦੀ ਹੈ ਵੀ ਸਾਨੂੰ ਨਾ ਸਵੇਰ ਵਾਲੀ ਚਾਹ ਕਿੱਥੇ ਮਿਲੇ ਭਲਾ? ਹਾਂ, ਬੈੱਡ ਤੇ ਹੀ ਮਿਲੇ। ਮੂੰਹ ਧੋਣ ਤੋਂ ਬਿਨਾ ਤੇ ਕੋਈ ਬੰਦਾ ਸਾਨੂੰ ਆਣ ਕੇ ਫੜਾ ਜਾਏ। ਚਲੋ ਕੋਈ ਗੱਲ ਨਹੀਂ, ਫੜਾ ਗਿਆ ਕੋਈ। ਹੁਣ ਤੁਸੀਂ ਨਾਲ ਇਹ ਆਸ ਵੀ ਰੱਖੀ ਹੈ ਵੀ ਜੇ ਕੋਈ ਕੱਪ ਵੀ ਚੁੱਕ ਕੇ ਲੈ ਜਾਏ ਨਾ, ਕਿ ਤੁਸੀਂ ਬਿਮਾਰ ਹੋ, ਤੁਹਾਨੂੰ ਡਾਕਟਰ ਨੇ ਤੁਰਨ ਫਿਰਨ ਤੋਂ ਮਨਾ ਕੀਤਾ, ਕਿਉਂ ਫਿਰ ਰਿਐਕਟ ਬਿਮਾਰਾਂ ਵਾਂਗੂ ਕਿਉਂ ਕਰਦੇ ਹੋ? ਕਿਉਂਕਿ ਅਸੀਂ ਸਿਆਣੇ ਬੜੇ ਆ। ਕੌਣ ਉੱਠ ਕੇ ਜਾਵੇ, ਕੌਣ ਮੂੰਹ ਧੋਵੇ, ਕੌਣ ਖੇਚਲ ਕਰੇ। ਹੁਣ ਇਹਦੇ ਨਾਲ ਦੋ ਚੀਜ਼ਾਂ ਦਾ ਨੁਕਸਾਨ ਹੋਣਾ ਵੀ ਇੱਕ ਤਾਂ ਤੁਹਾਡੇ ਨਾਮ ਨਾਲ ਲੱਗ ਜਾਣਾ ਆਲਸੀ ਪੱਕਾ। ਦੂਜੀ ਇਹ ਆਦਤ ਪੱਕ ਜਾਣੀ ਤੁਹਾਡੀ। ਅੱਗੇ ਦੀ ਅੱਗੇ ਜਿੰਨੇ ਡਿਵੈਲਪ ਹੋਈ ਜਾਓਗੇ ਉਨੇ ਹੀ ਤੁਹਾਡਾ ਆਲਸ ਵੱਧਦਾ ਜਾਊਗਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਆ ਵੀ ਇੱਕ ਤੇ ਹੀ ਆਸ ਰੱਖਣੀ ਹੈ, ਬਾਕੀ ਸਾਰੇ ਕੰਮ ਆਪ ਕਰਨੇ ਆ। ਤੁਹਾਨੂੰ ਖੁਦ ਨੂੰ ਕਰਨੇ ਪੈਣੇ ਆ। ਉਹ ਆਸ ਰੱਖਣੀ ਹਰ ਹਰ ਰਾਏ ਤੇ। ਇਹਦੇ ਨਾਲ ਕੀ ਹੋਏਗਾ? ਨਾਨਕ ਏਕ ਆਸ ਹਰ ਮਨ ਰੱਖੋ। ਨਾਨਕ, ਹੇ ਨਾਨਕ ਜੀ, ਇੱਕ ਤੇ ਆਸ ਰੱਖਣ ਨਾਲ ਦੁੱਖ। ਪਹਿਲਾ ਦੁੱਖ ਕੀ ਹੈ? ਤੁਹਾਨੂੰ ਕੋਈ ਆਲਸੀ ਨਹੀਂ ਕਹੂਗਾ, ਤੁਸੀਂ ਦਲਿੱਦਰੀ ਨਹੀਂ ਹੋਵੋਗੇ। ਦੁੱਖ ਤੇ ਦੂਜਾ ਭਰਮ। ਭਰਮ ਕੀ ਹੁੰਦਾ? ਜਿਹੜੀ ਚੀਜ਼ ਨਹੀਂ ਆ ਉਹਨੂੰ ਤੁਸੀਂ ਮੰਨ ਰਹੇ ਹੋ, ਜੋ ਹੈਗਾ ਆ ਉਹਨੂੰ ਤੁਸੀਂ ਮੰਨ ਨਹੀਂ ਰਹੇ। ਜਿਵੇਂ ਤੁਸੀਂ ਸਿਆਣੇ ਹੈ ਨਹੀਂ ਪਰ ਆਪਣੇ ਆਪ ਨੂੰ ਮੰਨ ਰਹੇ। ਸਾਰੇ ਹੀ ਮੰਨ ਰਹੇ ਆ ਇੱਥੇ, ਬੜੇ ਸਮਾਰਟ ਬਣਦੇ ਬੰਦੇ। ਕਈਆਂ ਨੂੰ ਐ ਲੱਗਦਾ ਵੀ ਪੱਗ ਸੋਹਣੀ ਬੰਨਣ ਨਾਲ ਬੰਦਾ ਸਮਾਰਟ ਹੋ ਜਾਂਦਾ। ਕਈਆਂ ਨੂੰ ਐ ਲੱਗਦਾ ਵੀ ਕੱਪੜੇ ਵਧੀਆ ਪਾਉਣ ਨਾਲ ਬੰਦਾ ਸਮਾਰਟ ਹੋ ਜਾਂਦਾ। ਤੇ ਕਈਆਂ ਨੂੰ ਐ ਲੱਗਦਾ ਵੱਧ ਬੋਲਣ ਨਾਲ ਬੰਦਾ ਸਮਾਰਟ ਹੋ ਜਾਂਦਾ। ਤੇ ਕਈਆਂ ਨੂੰ ਐ ਲੱਗਦਾ ਵੀ ਚੁੱਪ ਰਹਿਣ ਨਾਲ ਬੰਦਾ ਸਮਾਰਟ ਹੋ ਜਾਂਦਾ। ਇਹ ਸਾਰੀਆਂ ਗੱਲਾਂ ਸਮਾਰਟ ਹੋਣ ਦੀਆਂ ਨਿਸ਼ਾਨੀਆਂ ਹੋ ਸਕਦੀਆਂ, ਪਰ ਇਹਨਾਂ ਨਾਲ ਬੰਦਾ ਸਮਾਰਟ ਨਹੀਂ ਹੋ ਸਕਦਾ। ਸਮਾਰਟ ਤਾਂ ਤੁਹਾਡੀਆਂ ਹਰਕਤਾਂ ਨੇ ਦੱਸਣਾ। ਤੁਹਾਡੇ ਵਿਹਾਰ ਤੋਂ ਪਤਾ ਲੱਗਣਾ, ਤੁਹਾਡੇ ਵਿਚਰਨ ਤੋਂ ਪਤਾ ਲੱਗਣਾ, ਤੁਹਾਡੇ ਗੱਲ ਤੋਂ ਪਤਾ ਲੱਗਣਾ, ਤੁਹਾਡੇ ਬੋਲਣ ਤੋਂ। ਤੁਹਾਡੇ ਵਿਹਾਰ ਨੇ ਪੂਰੇ ਨੇ ਦੱਸਣਾ। ਜਿਹੜੇ ਬੰਦੇ ਬੋਲ ਕੇ ਚੰਗਾ ਬਣਨਾ ਚਾਹੁੰਦੇ ਉਹ ਅਸਲ 'ਚ ਚੰਗੇ ਨਹੀਂ ਹੁੰਦੇ। ਜਿਹੜੇ ਬੰਦੇ ਚੁੱਪ ਰਹਿ ਕੇ ਚੰਗਾ ਬਣਨਾ ਚਾਹੁੰਦੇ ਆ ਉਹਨਾਂ ਕੋਲ ਵੀ ਚੰਗੇ ਹੋਣ ਦੀ ਕੁਆਲਿਟੀ ਨਹੀਂ ਹੁੰਦੀ। ਇਸ ਲਈ ਸਾਡੇ ਗੁਰੂ ਸਾਹਿਬ ਨੇ ਨਾ ਬੜੀਆਂ ਕਮਾਲ ਦੀਆਂ ਗੱਲਾਂ ਕੀਤੀਆਂ। ਮਹਾਰਾਜ ਕਹਿੰਦੇ ਕਿਤੇ ਚੁੱਪ ਰਹਿਣ ਦੀ ਲੋੜ ਹੁੰਦੀ ਹੈ ਤੇ ਕਿਤੇ ਬੋਲਣ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿੱਥੇ ਚੁੱਪ ਰਹਿਣਾ ਤੇ ਕਿੱਥੇ ਬੋਲਣਾ। ਆਪਣਾ ਉਲਟਾ ਕੰਮ ਹੈ। ਜਿੱਥੇ ਬੋਲਣਾ ਉੱਥੇ ਗੂੰਗੇ ਸਿਰ ਠਾਂ ਨੂੰ,
ਤੇ ਜਿੱਥੇ ਨਹੀਂ ਬੋਲਣਾ ਉੱਥੇ ਪਟਾਕ ਪਟਾਕ ਐਵੇਂ ਹੀ ਬੋਲੀ ਜਾਣਾ, ਬੇਫਾਲਤੂ ਦੀਆਂ ਗੱਲਾਂ ਹੀ ਕਰੀ ਜਾਣੀਆਂ। ਹੁਣ ਇਹ ਗੱਲਾਂ ਬਾਣੀ 'ਚ ਲਿਖੀਆਂ ਆ, ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ 'ਚ ਬੋਲਣ ਬਾਰੇ ਵੀ ਲਿਖਿਆ। ਜਪਜੀ ਸਾਹਿਬ 'ਚ ਧਿਆਨ ਨਾਲ ਸੁਣ ਲਿਓ, ਮੋਹ ਕੇ ਬੋਲਣ ਬੋਲੀ ਹੈ। ਮਹਾਰਾਜ ਸਾਨੂੰ ਦੱਸ ਦੋ, ਅਸੀਂ ਬੜੇ ਕਮਲੇ ਆ, ਪਤਾ ਨਹੀਂ ਕਿੱਥੇ ਕੀ ਬੋਲ ਦੇਣਾ ਅਸੀਂ। ਤੇ ਸਾਡੇ ਸਰੀਰ 'ਚ 206 ਹੱਡੀਆਂ ਵਾ, ਕਿੰਨੀਆਂ? 206 ਜ਼ਬਾਨ 'ਚ। ਪਰ ਇਹਦੀ ਮਰਜ਼ੀ ਹੈ ਵੀ ਇਹਨੇ 200 ਬਚਾ ਕੇ ਰੱਖਣੀਆਂ ਤੇ ਜਿੱਥੇ ਮਰਜ਼ੀ ਤੜਾ ਲੈਣੀਆਂ, ਚੱਲਣੀ ਇਹਦੀ ਹੈ। ਸਰੀਰ 'ਚ 206 ਨੇ, ਉਹਨਾਂ ਦੀ ਕੋਈ ਵੈਲਿਊ ਨਹੀਂ। ਉਹ ਤੇ ਬਾਅਦ 'ਚ ਕਹਿੰਦੀਆਂ ਵੀ ਨਾ ਬੋਲਦੇ ਹੋ ਤਾਂ ਨਾ ਹਾਲਤ ਹੁੰਦੀ ਸਾਡੀ। ਸਿਆਪਾ ਇਹਦਾ, ਝੱਲਣਾ ਸਾਰੇ ਸਰੀਰ ਨੂੰ ਪੈਣਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਬਾਣੀ 'ਚ ਸਾਨੂੰ ਰੋਜ਼ ਕਿਹਾ। ਅਸੀਂ ਰੋਜ਼ ਸਵੇਰੇ ਉੱਠ ਕੇ ਕਹਿੰਦੇ ਆ ਮੋਹ ਕੇ ਬੋਲਣ, ਤੇ ਰੋਜ਼ ਸਕੂਲੇ ਜਾ ਕੇ ਕਹਿੰਦੇ ਇਹਨੇ ਮੈਨੂੰ ਏਦਾਂ ਬੋਲਤਾ, ਇਹਨੇ ਮੈਨੂੰ ਐ ਕਿਉਂ ਬੋਲਿਆ, ਇਹਨੇ ਵੀ ਤੇ ਐਂ ਹੀ ਬੋਲਿਆ ਸਰ, ਮੈਂ ਇੰਨਾ ਬੋਲਿਆ, ਇਹਨੇ ਤੇ ਇਹਦੇ ਨਾਲੋਂ ਵੀ ਜ਼ਿਆਦਾ ਬੋਲਿਆ। ਤੇ ਸਵੇਰੇ ਉੱਠ ਕੇ ਫੇਰ ਸਾਰੇ ਕਹਿ ਰਹੇ ਮੋਹ ਕੇ ਬੋਲਣ ਬੋਲੀਏ। ਤੇ ਮਹਾਰਾਜ ਕਹਿੰਦੇ ਉਹਨੇ ਸਕੂਲੇ ਜਾ ਕੇ ਤੇ ਰੋਜ਼ ਬੇਇੱਜ਼ਤੀ ਫੇਰ ਕਰਾਉਣਾ ਤੂੰ ਬੋਲਣ ਤੋਂ। ਹੁਣ ਕਿੰਨੀਆਂ ਪਿਆਰੀਆਂ ਗੱਲਾਂ ਆ। ਕੋਈ ਬੰਦਾ ਸਕੂਲੇ ਬੇਇੱਜ਼ਤੀ ਕਰਾ ਰਿਹਾ, ਕੋਈ ਕਿਸੇ ਚੌਂਕ 'ਚ ਬੇਇੱਜ਼ਤੀ ਕਰਾ ਰਿਹਾ, ਕਈਆਂ ਬੰਦਿਆਂ ਤੇ ਪੰਚਾਇਤ ਹੋ ਰਹੀ ਹੈ, ਪਿੰਡ ਦੀ ਪੰਚਾਇਤ ਇਕੱਠੀ ਹੋ ਕੇ ਕਹਿੰਦੀ ਇਹਨੇ ਬੋਲਿਆ ਕਿਉਂ ਏਦਾਂ। ਹੁਣ ਅੰਦਾਜ਼ਨ ਸੋਚੋ ਬੱਚਿਓ, ਜੇ ਆਪਾਂ ਬਾਣੀ ਨੂੰ ਪੜ੍ਹਨ ਵਾਲੇ ਤੇ ਅੱਜ ਪੂਰੀ ਦੁਨੀਆ ਦੇ ਅੰਦਰ ਜੇ ਕਿਸੇ ਬੋਲਣ ਵਾਲੇ ਦੀ ਕਦਰ ਹੁੰਦੀ ਤੇ ਕਿਹਦੀ ਹੁੰਦੀ ਭਲਾ? ਜਿਹੜਾ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਦਾ। ਅਗਲੇ ਕਹਿੰਦੇ ਯਾਰ ਬੋਲਣਾ ਸੁਣਨਾ ਨਾ, ਤੇ ਉਸ ਬੰਦੇ ਦਾ ਬੋਲਣਾ ਸੁਣੋ ਜਿਹੜਾ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਦਾ, ਕਿਉਂਕਿ ਉਹ ਰੋਜ਼ ਸਿੱਖਦਾ ਬੋਲਣਾ ਕੀ ਹੈ। ਤੇ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਕੇ ਸਿਆਣਾ ਬਣਿਆ ਫਿਰਦਾ, ਬੋਲਣਾ ਨਹੀਂ ਆਉਂਦਾ, ਉਹਨੂੰ ਗੁਰੂ ਸਾਹਿਬ ਕਹਿੰਦੇ ਆ ਤਜੋ ਸਿਆਣਪ ਸੁਰਜਨੋ। ਉਹ ਵੱਡਿਆ ਸਿਆਣਿਆ, ਛੱਡ ਦੇ ਸਿਆਣਪੇ, ਬੋਲਣ ਦੀ ਜਾਚ ਸਿੱਖ ਲਾ। ਤੁਰਨ ਦੀ ਜਾਚ ਮਹਾਰਾਜ ਸਿਖਾਉਂਦੇ ਆ। ਕਈ ਬੰਦਿਆਂ ਨੂੰ ਤੁਰਨਾ ਨਹੀਂ ਆਉਂਦਾ, ਚੰਗੇ ਭਲੇ ਤੁਰੇ ਜਾਂਦੇ, ਕਿਸੇ ਦੀ ਲੱਤ ਨਾਲ ਲੱਤ ਅੜਾ ਦੇਣਗੇ। ਜੇ ਤੁਸੀਂ ਵੇਖਿਓ ਆ ਸਕੂਲ ਦੀਆਂ ਕੰਧਾਂ ਨਾ, ਉਹ ਚੱਪਲ ਲੱਗੀ ਉੱਥੇ, ਆ ਧਿਆਨ ਨਾਲ, ਹਾਂਜੀ ਉਹ ਸਾਹਮਣੇ ਨਾ ਚੱਪਲ ਲੱਗੀ ਹੈ। ਇਹ ਕੰਧ ਤੁਰਨ ਲਈ ਨਹੀਂ ਬਣੀ, ਤੁਰਨ ਵਾਸਤੇ ਆ ਫਰਸ਼ ਹੈ। ਤੇ ਉੱਥੇ ਚੱਪਲ ਕਿੱਦਾਂ ਲੱਗੀ ਭਲਾ? ਇਨ ਦਾ ਸੈਂਸ ਤੁਰਨਾ ਨਹੀਂ ਆਉਂਦਾ ਬੰਦੇ ਨੂੰ। ਤੇ ਤੁਸੀਂ ਸਾਰੇ ਹੀ ਨੋਟ ਕਰਿਓ, ਆਪਾਂ ਨੂੰ ਸਾਰਿਆਂ ਨੂੰ ਜਿਹੜੀਆਂ ਕੰਧਾਂ ਚੰਗੇ ਭਲੇ ਥਾਵਾਂ ਤੇ ਅਸੀਂ ਗੰਦੀਆਂ ਕੀਤੀਆਂ ਹੁੰਦੀਆਂ ਨਾ, ਉਹ ਅਸੀਂ ਤੁਰਦਿਆਂ ਫਿਰਦਿਆਂ ਕੀਤੀਆਂ ਹੁੰਦੀਆਂ। ਖਲੋਣਾ ਨਹੀਂ ਆਉਂਦਾ ਸਾਨੂੰ, ਤੁਰਨਾ ਛੱਡੋ। ਹੁਣ ਸਾਡੇ ਗੁਰੂ ਸਾਹਿਬ ਕਿੱਡੀ ਕਮਾਲ ਦੀ ਗੱਲ ਹੈ, ਨਿੱਕੀਆਂ ਨਿੱਕੀਆਂ ਚੀਜ਼ਾਂ ਵੀ ਸਿਖਾਉਂਦੇ ਆ, ਪਰ ਆਪਾਂ ਸਿੱਖਦੇ ਨਹੀਂ ਆ, ਕਿਉਂਕਿ ਅਸੀਂ ਤਾਂ ਹੁਣ ਆਪ ਗੁਰੂ ਨੂੰ ਸਿਖਾਉਣ ਵਾਲੇ ਹੋ ਗਏ ਆ, ਕਿਉਂਕਿ ਸਿਆਣੇ ਬੜੇ ਹੋ ਗਏ ਆਪਾਂ। ਤੇ ਗੁਰੂ ਸਾਹਿਬ ਕਹਿੰਦੇ ਸਿਆਣਪ ਛੱਡ ਦਿਓ। ਤਾਂ ਹੀ ਜਪਜੀ ਸਾਹਿਬ 'ਚ ਵੀ ਮਹਾਰਾਜ ਰੋਜ਼ ਹੀ ਕਹਿੰਦੇ ਸਾਹਸ ਸਿਆਣਪਾਂ ਲੱਖ ਹੋਣ, ਤੇਰੇ ਕੋਲ ਲੱਖਾਂ ਹੀ ਹੋਣ ਸਿਆਣਪਾਂ, ਤਾਂ ਇੱਕ ਨਾ ਚੱਲੇ ਨਾਲ। ਕਿਹੜੀ ਸਿਆਣਪ? ਚੁੱਪੇ ਚੁੱਪ ਨਾ ਹੋ ਬਈ, ਸੋਚੇ ਸੋਚ ਨਾ ਹੋ ਬਈ, ਸਿਆਣਪ ਹੀ ਹੈ ਨਾ। ਮੈਂ ਬੋਲਦਾ ਨਹੀਂ, ਗੁਰੂ ਸਾਹਿਬ ਜੀ ਕਹਿੰਦੇ ਕੀ ਫਰਕ ਪੈਂਦਾ, ਤੂੰ ਅੰਦਰੋਂ ਨਹੀਂ ਬੋਲਦਾ, ਬਾਹਰੋਂ ਤੇ ਬੋਲੀ ਜਾਂਦਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਇੱਕ ਜੋਗੀ ਆ ਗਿਆ, ਕਹਿੰਦਾ ਜੀ ਅਸੀਂ ਨਾ, ਸਾਡੇ ਜੋਗੀ ਬਹੁਤ ਪੁੱਜੇ ਹੋਏ ਆ। ਉਹਦੇ ਚੇਲਿਆਂ ਨੇ ਦੱਸਣਾ ਸੀ, ਕਿਉਂਕਿ ਉਹ ਤਾਂ ਬੋਲਦਾ ਨਹੀਂ ਸੀ। ਕਹਿੰਦੇ ਅੱਛਾ ਕਿਵੇਂ ਪੁੱਜੇ ਹੋਏ ਆ? ਕਹਿੰਦੇ ਇਹ ਪਿਛਲੇ ਕਈ ਸਾਲਾਂ ਤੋਂ ਬੋਲੇ ਨਹੀਂ। ਮਤਲਬ ਸਿਆਣਪ ਕੀ ਹੈ? ਪਿਛਲੇ ਕਈ ਸਾਲਾਂ ਤੋਂ ਬੋਲੇ ਨਹੀਂ। ਮਹਾਰਾਜ ਨੇ ਨਾ ਆਪਣੇ ਇੱਕ ਸਿੱਖ ਨੂੰ ਕਿਹਾ ਵੀ ਬਹੁਤ ਮਹਾਨ ਬੰਦਾ ਆ, ਵੀ ਇਹਦੀ ਸੇਵਾ ਕਰੋ, ਘਰ ਖੜ ਕੇ ਇਹਨੂੰ ਲੈ ਜਾਓ ਆਨੰਦਪੁਰ ਅੱਜ ਰੱਖੋ, ਵੀ ਇਹੋ ਜਿਹੇ ਮਹਾਨ ਪੁਰਸ਼ ਕਦੀ ਕਦੀ ਲੱਭਦੇ ਆ ਤੇ ਇਹਦੀ ਸੇਵਾ ਕਰਨੀ ਚਾਹੀਦੀ ਹੈ। ਹੁਣ ਸਿੱਖ ਕਿੱਡੇ ਸਿਆਣੇ ਹੋਣੇ, ਮਹਾਰਾਜ ਨੇ ਕਿਹਾ ਧਿਆਨ ਨਾਲ ਸੇਵਾ ਕਰਿਓ। ਸਿੱਖ ਸਮਝ ਗਏ, ਲੈ ਗਏ ਉਹਨੂੰ। ਤੇ ਮਹਾਰਾਜ ਨੇ ਕਿਹਾ ਸੇਵਾ 'ਚ ਕੋਈ ਕਸਰ ਨਾ ਰਵੇ,
ਕਹਿੰਦੇ ਮਹਾਰਾਜ ਭੁੱਲ ਜਾਓ, ਬਸ ਕਸਰ ਤਾਂ ਹੁਣ ਰਹਿੰਦੀ ਨਹੀਂ ਕੋਈ। ਅੱਛਾ, ਜਿਹੜੀ ਸੇਵਾ ਤੁਸੀਂ ਸਮਝ ਰਹੇ ਹੋ ਇਹ ਨਹੀਂ ਸੀ, ਤੁਸੀਂ ਜਿਹੜੀ ਸੇਵਾ ਸਮਝ ਰਹੇ ਹੋ ਉਹ ਵੀ ਨਹੀਂ ਆ। ਮੈਂ ਇਹ ਵੀ ਸਮਝ ਰਿਹਾ ਵੀ ਤੁਸੀਂ ਕਿਹੜੀ ਸੇਵਾ ਸਮਝ ਰਹੇ ਹੋ, ਕਿਉਂਕਿ ਤੁਸੀਂ ਉਹ ਜ਼ਿਆਦਾ ਸਿਆਣਿਆਂ ਦੀ ਗੱਲ ਕਰ ਰਹੇ ਆ, ਇੰਨੀ ਨਹੀਂ ਸਿਆਣੇ, ਥੋੜੇ ਜਿਹੇ ਘੱਟ ਸਿਆਣੇ। ਗੁਰੂ ਸਾਹਿਬ ਜੀ ਨੇ ਕਿਹਾ ਸੇਵਾ ਕਰਨੀ, ਸੇਵਾ 'ਚ ਕਸਰ ਨਹੀਂ ਰਹਿਣੀ ਚਾਹੀਦੀ। ਮਹਾਰਾਜ ਕਹਿੰਦੇ ਠੀਕ ਆ, ਕਰਾਂਗੇ ਸੇਵਾ। ਕਹਿੰਦੇ ਸੇਵਾ ਲੈ ਗਏ। ਉਹਨੂੰ ਲੱਗੀ ਪਿਆਸ, ਸਿੱਖਾਂ ਨੇ ਪਾਣੀ ਉਹਦੇ ਤੋਂ ਦੂਰ ਰੱਖਤਾ। ਹੁਣ ਉਹਨੇ ਮੰਗਣਾ ਤੇ ਹੈ ਨਹੀਂ ਸੀ, ਬੋਲ ਕੇ ਤੇ ਕਹਿਣਾ ਨਹੀਂ ਸੀ ਪਾਣੀ ਚਾਹੀਦਾ, ਉਹ ਇਸ਼ਾਰਿਆਂ ਜਿਹਾ ਨਾਲ ਕਰੇ ਵੀ, ਤੇ ਸਿੱਖ ਕਹਿਣ ਕੀ ਉਹ ਬਥੇਰਾ ਦੱਸੇ ਪਾਣੀ। ਉਹ ਹੁਣ ਉਹਦੀ ਸਮਝਣ ਨਾਲ ਗੱਲ, ਸਮਝਦੇ ਸੀ ਤਾਂ ਵੀ ਨਾ ਸਮਝਣ ਉਹ, ਕਿਉਂਕਿ ਉਹ ਗੁਰੂ ਸਾਹਿਬ ਦਾ ਇਸ਼ਾਰਾ ਸਮਝਦੇ ਸੀ। ਉਹਨੂੰ ਲੱਗੀ ਭੁੱਖ, ਹੁਣ ਰੋਟੀ ਤੇ ਮੰਗ ਨਹੀਂ ਸਕਦਾ ਉਹ ਇਸ਼ਾਰਿਆਂ ਜਿਹਾ ਨਾਲ ਕਰੇ ਵੀ। ਸਿੱਖ ਕਹਿੰਦੇ ਦੱਸ, ਸਾਰੀ ਰਾਤ ਨਾ ਪਾਣੀ ਪਿਆਇਆ ਨਾ ਰੋਟੀ ਖਵਾਈ, ਬੁਰਾ ਹਾਲ, ਕੂਕੜੇ ਲੂਸ ਗਏ ਉਹਦੇ। ਸਵੇਰੇ ਲੈ ਕੇ ਆ ਗਏ ਮਹਾਰਾਜ ਕੋ, ਮਹਾਰਾਜ ਰਾਤ ਸਾਰੀ ਅਸੀਂ ਐ ਨਾ ਕੋਈ ਕਸਰ ਨਹੀਂ ਛੱਡੀ, ਅਸੀਂ ਤਾਂ ਸੌਂ ਕੇ ਵੀ ਨਹੀਂ ਵੇਖਿਆ, ਮਹਾਰਾਜ ਦੀ ਸੇਵਾ 'ਚ ਹਾਜ਼ਰ ਰਹੇ। ਉਹਦੇ ਤੋਂ ਰਿਹਾ ਹੀ ਨਹੀਂ ਗਿਆ ਨਾ, ਮਹਾਰਾਜ ਸਿੱਖ ਤੁਹਾਡੇ ਝੂਠੇ ਬੜੇ ਆ। ਕਹਿੰਦੇ ਕੀ ਹੋਇਆ? ਕਹਿੰਦੇ ਇਹਨਾਂ ਦਾ ਪਾਣੀ ਦਾ ਘੁੱਟ ਨਹੀਂ ਪਿਆਇਆ, ਇਹਨਾਂ ਤੋਂ ਰੋਟੀ ਪੁੱਛੀ ਨਹੀਂ ਰਾਤ, ਤੇ ਇਹ ਕਹੀ ਜਾਂਦੇ ਆ ਸੇਵਾ ਬੜੀ ਕੀਤੀ ਹੈ। ਮਹਾਰਾਜ ਕਹਿੰਦੇ ਕਮਲਿਆ, ਕਈਆਂ ਸਾਲਾਂ ਤੋਂ ਬੋਲਿਆ ਨਹੀਂ, ਤੇ ਜੇ ਬੋਲਿਆ ਤੇ ਇੱਕ ਰੋਟੀ ਦੇ ਟੁਕੜੇ ਬਦਲੇ ਹੀ ਬੋਲ ਪਿਆ। ਤੇਰੀ ਸਿਆਣਪ ਨੂੰ ਕੀ ਕਰੀਏ? ਕੱਢ ਲੈਂਦਾ ਅੱਜ ਦਾ ਦਿਨ ਹੋਰ, ਫਿਰ ਕੀ ਇੱਕ ਦਿਨ ਰੋਟੀ ਨਹੀਂ ਮਿਲੀ, ਪਾਣੀ ਨਹੀਂ ਮਿਲਿਆ, ਪਰ ਤੇਰਾ ਬ੍ਰਹਮ ਗਿਆਨ ਤੇ ਰਹਿ ਜਾਂਦਾ ਨਾ, ਤੂੰ ਮਹਾਨ ਤੇ ਬਣ ਜਾਂਦਾ। ਹੁਣ ਤੂੰ ਭੁੱਖਾ ਵੀ ਰਹਿ ਲਿਆ ਕਈ ਸਾਲ ਤੇ ਤੇਰੀ ਮਹਾਨਤਾ ਵੀ ਕੋਈ ਨਹੀਂ ਹੈ, ਕਿਉਂਕਿ ਤੂੰ ਰੋਟੀ ਦੇ ਬਦਲੇ ਬੋਲ ਪਿਆ। ਸੋ ਕਿੱਥੇ ਬੋਲਣਾ, ਕਿੱਥੇ ਨਹੀਂ ਬੋਲਣਾ, ਕਦੋਂ ਬੋਲਣਾ, ਕੀ ਬੋਲਣਾ, ਇਹ ਸਾਰੀਆਂ ਚੀਜ਼ਾਂ ਸਾਨੂੰ ਗੁਰੂ ਸਾਹਿਬ ਜੀ ਸਿਖਾਉਂਦੇ ਆ। ਤੇ ਜਿਹੜੀਆਂ ਸਿਆਣਪਾਂ ਆਪਾਂ ਚੁੱਕੀ ਫਿਰਦੇ ਆ ਨਾ ਵੀ ਇਹਨਾਂ ਨਾਲ ਅਸੀਂ ਸਿਆਣੇ ਹੋ ਜਾਣਾ, ਉਹ ਸਾਡੇ ਗੁਰੂ ਸਾਹਿਬ ਜੀ ਸਾਨੂੰ 14 ਨੰਬਰ ਅਸ਼ਟਪਦੀ ਜਾ ਕੇ ਕਹਿੰਦੇ ਆ ਛੱਡ ਦੇ, ਤੇ 13 ਨੰਬਰ ਅਸ਼ਟਪਦੀ ਤੱਕ ਉਹ ਸਾਰੀਆਂ ਸਿਆਣਪਾਂ ਦਾ ਜ਼ਿਕਰ ਕੀਤਾ ਹੋਇਆ। ਮਨ ਕਾਮਨਾ ਤੀਰਥ ਦੇਹ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ, ਸੋਚ ਕਰੇ ਦਿਨ ਸਾਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੇ, ਮਨ ਤੇ ਕਬਹੂ ਨਾ ਜਲ ਧੋਵੈ ਬਹੁ ਦੇ ਅਨੀਦ, ਸ਼ੁੱਧ ਕਹਾਂ ਹੋਏ ਕਾਚੀ ਪੀਤ। ਇਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਕਹਿੰਦੇ ਐ ਨਹੀਂ ਬਣਨੀ ਗੱਲ, ਛੱਡ ਦੇ ਸਾਰੀਆਂ। ਤੇ ਫਿਰ ਗੁਰੂ ਸਾਹਿਬ ਕਹਿੰਦੇ ਬਣਨੀ ਕਿਵੇਂ ਐ? ਭਰਮ ਚੋਂ ਬਾਹਰ ਆ, ਗੁਰੂ ਦੀ ਗੱਲ ਸਮਝਿਆ ਕਰ, ਅਕਲ ਕਰਿਆ ਕਰ, ਤੇ ਸ਼ਾਇਦ ਸਮਾਜ ਵਿੱਚ ਤੂੰ ਸਿਆਣਾ ਹੋ ਜਾਏਗਾ। ਜੇ ਕਿਸੇ ਦਾ ਇਸ ਵਿਸ਼ੇ ਨਾਲ ਸੰਬੰਧਿਤ ਸਵਾਲ ਹੋਵੇ ਤੇ 2-4 ਮਿੰਟਾਂ 'ਚ ਸਵਾਲ ਕਰ ਸਕਦੇ ਹੋ, ਫਿਰ ਆਪਾਂ ਫਤਿਹ ਬੁਲਾਉਂਦੇ ਆ। ਅਗਲਾ ਤੁਹਾਡਾ ਪੀਰੀਅਡ ਜਿਹੜਾ ਕਵਿਤਾ ਦਾ ਆ, ਉਹਦੇ 'ਚ ਤੁਸੀਂ ਸਾਰਿਆਂ ਨੇ, ਔਰ ਮੈਂ ਇਹ ਗੱਲ ਮੈਂ ਪਹਿਲਾਂ ਵੀ ਕਹੀ ਵੀ ਬੋਲਣਾ ਕਿੱਥੇ ਆ ਤੇ ਕਿੱਥੇ ਨਹੀਂ ਬੋਲਣਾ, ਇਹ ਜ਼ਰੂਰ ਚੇਤਾ ਰੱਖਿਆ ਕਰੋ। ਕਈ ਥਾਂ ਨਹੀਂ ਬੋਲਣ ਵਾਲੇ ਹੁੰਦੇ ਤੇ ਕਈ ਬੋਲਣ ਵਾਲੇ ਹੁੰਦੇ ਆ। ਸੋ ਇਹ ਗੱਲ ਅੱਜ ਦੇ ਸੰਦਰਭ ਵਿੱਚ ਵੀ ਸਮਝਣ ਵਾਲੀ ਹੈ ਤੇ ਹਮੇਸ਼ਾ ਤੁਹਾਡੀ ਜ਼ਿੰਦਗੀ 'ਚ ਕੰਮ ਆਉਣ ਵਾਲੀ ਹੈ। ਇਹਨੂੰ ਆਪਣੇ ਦਿਲੋਂ ਦਿਮਾਗ 'ਚ ਰੱਖਿਓ। ਹਾਂਜੀ ਬੱਚਿਓ, ਸਵਾਲ ਕਿਸੇ ਦਾ ਕੋਈ ਹੈ? ਕੋਈ ਨਹੀਂ, ਸਮਾਪਤੀ ਕਰੀਏ। ਧੰਨਵਾਦ ਸਭਨਾਂ ਦਾ। ਵਾਹਿਗੁਰੂ ਜੀ ਕਾ ਖਾਲਸਾ।